ਵੈਲਕਮ ਟੂ DGM ਐਜੂਕੇਸ਼ਨ ਚੈਨਲ। DGM ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਤਾਂ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ PPSC ਦਾ ਜੋ ਨਾਇਬ ਤਹਿਸੀਲਦਾਰ ਅਤੇ PPSC ਦਾ ਜੋ PCS ਦਾ ਐਗਜ਼ਾਮ ਹੋਣ ਜਾ ਰਿਹਾ ਹੈ, ਪੰਜਾਬ ਦੇ ਹੋਣ ਵਾਲੇ ਕੰਪੀਟੀਟਿਵ ਐਗਜ਼ਾਮ, ਪੰਜਾਬ ਪਟਵਾਰੀ, ਪੰਜਾਬ ਪੁਲਿਸ ਸਬ ਇੰਸਪੈਕਟਰ ਜਾਂ ਬਾਰਡ ਅਟੈਂਡੈਂਟ, ਬਹੁਤ ਹੀ ਇੰਪੋਰਟੈਂਟ ਜੋ ਐਗਜ਼ਾਮ ਆਉਣ ਵਾਲੇ ਨੇ ਉਹਨਾਂ ਵਾਸਤੇ ਅਸੀਂ ਇਹ ਵੀਡੀਓ ਤਿਆਰ ਕਰ ਰਹੇ ਹਾਂ। ਇਸ ਵਿੱਚ ਪ੍ਰੈਜ਼ੀਡੈਂਟ ਬਾਰੇ ਸਾਰੀ ਇਨਫੋਰਮੇਸ਼ਨ ਜੋ ਕਿ ਕੰਪੀਟੀਟਿਵ ਐਗਜ਼ਾਮ ਵਿੱਚ ਵਾਰ-ਵਾਰ ਪੁੱਛੀ ਜਾਂਦੀ ਹੈ, ਉਸ ਨਾਲ ਸੰਬੰਧਿਤ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜੇਕਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੋ ਵੈਲ ਆਈਕਨ ਹੈ ਉਸ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਡੇ ਕੋਲ ਆਉਣ ਵਾਲੀਆਂ ਜੋ ਵੀਡੀਓਜ਼ ਨੇ ਉਹਨਾਂ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਪਹੁੰਚਦਾ ਰਹੇ। ਹਾਂਜੀ, ਅਸੀਂ ਸਟਾਰਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੰਡੀਆ ਦਾ ਜੋ ਪ੍ਰੈਜ਼ੀਡੈਂਟ ਹੈ ਉਸ ਦੇ ਬਾਰੇ ਅਸੀਂ ਗੱਲ ਸਟਾਰਟ ਕਰ ਰਹੇ ਹਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਜਿਹੜੇ ਇੰਪੋਰਟੈਂਟ ਫੈਕਟ ਨੇ। ਇਲੈਕਸ਼ਨ ਪ੍ਰੋਸੀਜਰ ਕਿਸ ਤਰ੍ਹਾਂ ਹੁੰਦਾ, ਜੇ ਅਸੀਂ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਹਾਂ ਤਾਂ ਉਹਦੀਆਂ ਕੀ ਪਾਵਰਸ ਹੁੰਦੀਆਂ। ਜੇਕਰ ਕੋਈ ਪ੍ਰੈਜ਼ੀਡੈਂਟ ਜਿਹੜਾ ਇੰਡੀਆ ਦਾ ਪ੍ਰੈਜ਼ੀਡੈਂਟ ਹੈ, ਜਿਸ ਤਰ੍ਹਾਂ ਇਸ ਟਾਈਮ 'ਤੇ ਰਾਮਨਾਥ ਕੋਵਿੰਦ ਨੇ ਇੰਡੀਆ ਦੇ ਪ੍ਰੈਜ਼ੀਡੈਂਟ, ਤਾਂ ਉਹਨਾਂ ਕੋਲ ਕੀ ਪਾਵਰ ਨੇ, ਕਿਸ ਤਰ੍ਹਾਂ ਉਹਨਾਂ ਦੀ ਇਲੈਕਸ਼ਨ ਹੋਈ, ਮਤਲਬ ਕੀ ਪ੍ਰੋਸੀਜਰ ਸੀਗਾ, ਤਾਂ ਇਸ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ। ਸਭ ਤੋਂ ਪਹਿਲਾਂ ਸਾਡਾ ਜਿਹੜਾ ਕੌਂਸਟੀਟਿਊਸ਼ਨ ਆਫ ਇੰਡੀਆ ਹੈ, ਭਾਰਤ ਦਾ ਜੋ ਸੰਵਿਧਾਨ ਹੈ, ਉਸ ਦੇ 5ਵੇਂ ਪਾਰਟ ਵਿੱਚ 5th ਪਾਰਟ ਦੇ ਵਿੱਚ ਯੂਨੀਅਨ ਪਾਰਟ ਹੈ, ਜੋ ਕਿ 5th ਪਾਰਟ ਹੈ ਜਿਹੜਾ ਡੀਲ ਕਰਦਾ ਯੂਨੀਅਨ ਨਾਲ, ਉਸ ਦੇ ਆਰਟੀਕਲ 52 ਦੇ ਵਿੱਚ ਲਿਖਿਆ ਹੋਇਆ ਭਾਰਤ ਦੇ ਸੰਵਿਧਾਨ ਦੇ ਵਿੱਚ ਕੀ ਲਿਖਿਆ ਜੀ, ਕਿ ਭਾਰਤ ਦੇ ਵਿੱਚ ਇੱਕ ਰਾਸ਼ਟਰਪਤੀ ਹੋਣਾ ਜ਼ਰੂਰੀ ਹੈ, ਪ੍ਰੈਜ਼ੀਡੈਂਟ ਹੋਣਾ ਜ਼ਰੂਰੀ ਹੈ। ਤਾਂ ਤੁਹਾਨੂੰ ਬਹੁਤ ਵਾਰ ਪੁੱਛਿਆ ਜਾਂਦਾ ਕਿ ਆਰਟੀਕਲ 52 ਕਿਸ ਨਾਲ ਸੰਬੰਧਿਤ ਹੈ, ਤਾਂ ਇਹ ਪ੍ਰੈਜ਼ੀਡੈਂਟ ਨਾਲ ਸੰਬੰਧਿਤ ਹੈ, ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਮਤਲਬ ਬੜੇ ਧਿਆਨ ਨਾਲ ਸੁਣੋ, ਇਹਦੇ ਵਿੱਚ ਕੀ ਹੈਗਾ, ਤਾਂ ਕਿਸੇ ਵੀ ਟਾਈਮ ਹੈ ਜਿਹੜਾ ਕਿਸੇ ਵੀ ਟਾਈਮ 'ਤੇ ਦੇਸ਼ ਦੇ ਵਿੱਚ ਪ੍ਰੈਜ਼ੀਡੈਂਟ ਦੀ ਪੋਸਟ ਖਾਲੀ ਨਹੀਂ ਹੋਣੀ ਚਾਹੀਦੀ, ਵੈਕੈਂਟ ਪੋਸਟ ਨਹੀਂ ਹੋਣੀ ਚਾਹੀਦੀ। ਇਸ ਦਾ ਕਾਰਨ ਕੀ ਹੈ, ਕਿਉਂਕਿ ਜਿਹੜਾ ਸਾਡੇ ਕੋਲ ਪ੍ਰੈਜ਼ੀਡੈਂਟ ਹੈ, ਜੋ ਸਾਡੇ ਕੋਲ ਪ੍ਰੈਜ਼ੀਡੈਂਟ ਹੈ ਉਹ ਕੀ ਹੁੰਦਾ, ਉਹ ਸਾਡੇ ਦੇਸ਼ ਦਾ ਫਸਟ ਸਿਟੀਜ਼ਨ ਹੁੰਦਾ ਹੈ। ਤਾਂ ਫਸਟ ਸਿਟੀਜ਼ਨ ਹੋਣ ਦੇ ਨਾਲ ਨਾਲ ਉਹ ਸਾਡੀਆਂ ਜੋ ਆਰਮਡ ਫੋਰਸਿਸ ਨੇ ਉਹਨਾਂ ਦਾ ਵੀ ਹੈੱਡ ਹੁੰਦਾ ਗਾ, ਕਮਾਂਡਰ ਹੁੰਦਾ, ਚੀਫ ਕਮਾਂਡਰ ਹੁੰਦਾ ਉਹ। ਤਾਂ ਇਸ ਲਈ ਪ੍ਰੈਜ਼ੀਡੈਂਟ ਦੀ ਜਿਹੜੀ ਪੋਸਟ ਆ ਉਹ ਕਦੇ ਵੀ ਖਾਲੀ ਨਹੀਂ ਹੋਣੀ ਚਾਹੀਦੀ, ਅਤੇ ਜੇਕਰ ਕਿਸੇ ਕਾਰਨ ਉਹ ਪੋਸਟ ਖਾਲੀ ਹੋ ਜਾਂਦੀ ਹੈ ਤਾਂ ਉਸ ਨੂੰ ਫਿਲ ਕਰਨਾ ਬਹੁਤ ਜ਼ਰੂਰੀ ਹੈ। ਤਾਂ ਕਿੰਨਾ ਕਰਕੇ ਉਹ ਖਾਲੀ ਹੋ ਸਕਦੀ ਹੈ, ਉਸ ਬਾਰੇ ਵੀ ਅਸੀਂ ਗੱਲ ਕਰ ਰਹੇ ਹਾਂਗੇ। ਪ੍ਰੈਜ਼ੀਡੈਂਟ ਦੀ ਕਿਸੇ ਟਾਈਮ 'ਤੇ ਡੈਥ ਹੋ ਸਕਦੀ ਹੈਗੀ, ਮਤਲਬ ਉਸਦੀ ਜੋ ਟਾਈਮ ਡਿਊਰੇਸ਼ਨ ਆ ਉਸਦੇ ਟਾਈਮ 'ਤੇ, ਤਾਂ ਫਿਰ ਉਹ ਪੋਸਟ ਜਿਹੜੀ ਖਾਲੀ ਹੋ ਜਾਏਗੀ ਤਾਂ ਉਸ ਦੇ ਟਾਈਮ 'ਤੇ ਕੌਣ ਕੰਮ ਕਰੇਗਾ, ਵਾਈਸ ਪ੍ਰੈਜ਼ੀਡੈਂਟ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ 'ਤੇ ਕੰਮ ਕਰੇਗਾ। ਤਾਂ ਵਾਈਸ ਪ੍ਰੈਜ਼ੀਡੈਂਟ ਉਹਨਾਂ ਟਾਈਮ ਕੰਮ ਕਰਦਾ ਰਹੇਗਾ ਜਦੋਂ ਤੱਕ ਨਵਾਂ ਪ੍ਰੈਜ਼ੀਡੈਂਟ ਇਲੈਕਟ ਨਹੀਂ ਕਰ ਲਿਆ ਜਾਂਦਾ, ਉਸਦੀ ਇਲੈਕਸ਼ਨ ਕਰਵਾ ਕੇ ਨਹੀਂ ਕਰਵਾ ਲਈ ਜਾਂਦੀ। ਦੂਸਰਾ ਕਿ ਉਸਦਾ ਕਿਸੇ ਟਾਈਮ ਉਹ ਰਿਜ਼ਾਈਨ ਦੇ ਸਕਦਾ ਹੈ, ਡੈਥ ਹੋ ਸਕਦੀ ਹੈ ਜਾਂ ਕੋਈ ਹੋਰ ਕਾਰਨ ਹੋ ਸਕਦੇ ਆ ਜਦੋਂ ਪ੍ਰੈਜ਼ੀਡੈਂਟ ਦੀ ਪੋਸਟ ਖਾਲੀ ਹੋਵੇ। ਪਰ ਸਾਡੀ ਪੋਸਟ ਖਾਲੀ ਨਹੀਂ ਰਹਿੰਦੀ, ਉਸ ਟਾਈਮ 'ਤੇ ਵਾਈਸ ਪ੍ਰੈਜ਼ੀਡੈਂਟ ਕੰਮ ਕਰੇਗਾ। ਤਾਂ ਹੋ ਇਹ ਵੀ ਸਕਦਾ ਕਿ ਹੋ ਸਕਦਾ ਉਸ ਟਾਈਮ 'ਤੇ ਵਾਈਸ ਪ੍ਰੈਜ਼ੀਡੈਂਟ ਵੀ ਨਾ ਹੋਵੇ, ਤਾਂ ਫਿਰ ਪ੍ਰੈਜ਼ੀਡੈਂਟ ਦਾ ਕੰਮ ਕੌਣ ਸੰਭਾਲੇਗਾ, ਅਹੁਦਾ ਕੌਣ ਸੰਭਾਲੇਗਾ, ਤਾਂ ਫਿਰ ਸੰਭਾਲੇਗਾ ਜੀ ਚੀਫ ਜਸਟਿਸ ਆਫ ਇੰਡੀਆ। ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੋਏਗਾ ਸਾਡਾ, ਉਹ ਜਿਹੜਾ ਪ੍ਰੈਜ਼ੀਡੈਂਟ ਦੀ ਪੋਸਟ 'ਤੇ ਹੋਏਗਾ। ਜੇਕਰ ਹੋਵੇ ਚੀਫ ਜਸਟਿਸ ਵੀ ਮੌਕੇ 'ਤੇ ਨਾ ਹੋਵੇ, ਉਹ ਅਹੁਦਾ ਵੀ ਖਾਲੀ ਪਿਆ ਹੋਵੇ, ਤਾਂ ਫਿਰ ਜੋ ਸੁਪਰੀਮ ਕੋਰਟ ਦਾ ਸੀਨੀਅਰ ਮੋਸਟ ਜੱਜ ਹੋਏਗਾ, ਜਿਹੜਾ ਮੋਸਟ ਸੀਨੀਅਰ ਜੱਜ ਹੋਏਗਾ, ਉਹ ਪ੍ਰੈਜ਼ੀਡੈਂਟ ਦੀ ਪੋਸਟ ਸੰਭਾਲੇਗਾ ਜੀ। ਤਾਂ ਤੁਸੀਂ ਧਿਆਨ ਰੱਖਣਾ ਆਰਟੀਕਲ 52 ਬਹੁਤ ਹੀ ਇੰਪੋਰਟੈਂਟ ਆਰਟੀਕਲ ਹੈ ਜੀ, ਤਾਂ ਇਸ ਨੂੰ ਤੁਸੀਂ ਬਹੁਤ ਧਿਆਨ 'ਚ ਰੱਖਣਾ ਗਾ। ਇਸ ਤੋਂ ਬਾਅਦ ਆਪਣੇ ਕੋਲ ਜੀ, ਇਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂਗੇ, ਦੇਖੋ ਧਿਆਨ ਨਾਲ। ਅੱਛਾ, ਜੋ ਸਾਡੇ ਪ੍ਰੈਜ਼ੀਡੈਂਟ ਨੇ ਜੀ, ਹੁਣ ਤੱਕ ਅਸੀਂ ਗੱਲ ਕਰੀਏ, ਸਾਡੇ ਦੇਸ਼ ਦਾ ਫਸਟ ਪ੍ਰੈਜ਼ੀਡੈਂਟ ਸੀ ਜੀ, ਉਹ ਡਾਕਟਰ ਰਾਜਿੰਦਰ ਪ੍ਰਸਾਦ ਸੀ। ਅਤੇ ਉਸ ਤੋਂ ਬਾਅਦ ਮਤਲਬ RS ਰਾਧਾ ਕ੍ਰਿਸ਼ਨਨ ਬਣੇ। ਅਤੇ ਉਸ ਤੋਂ ਬਾਅਦ ਦੀ ਗੱਲ ਕਰੀਏ ਅਸੀਂ, ਹੁਣ ਜੋ ਸਾਡੇ ਐਟ ਪ੍ਰੈਜ਼ੈਂਟ ਨੇ ਉਹ ਕੌਣ ਨੇ, ਰਾਮਨਾਥ ਕੋਵਿੰਦ ਹੈ। ਇਹਨਾਂ ਤੋਂ ਪਹਿਲਾਂ ਸੀ ਪ੍ਰਣਬ ਮੁਖਰਜੀ। ਤਾਂ ਬੜੇ ਧਿਆਨ ਨਾਲ ਸੁਣੋ, ਪਹਿਲੀ ਗੱਲ ਕਈ ਵਾਰ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਜੋ ਸਾਡੇ ਹੁਣ ਐਟ ਪ੍ਰੈਜ਼ੈਂਟ ਰਾਮਨਾਥ ਕੋਵਿੰਦ ਪ੍ਰੈਜ਼ੀਡੈਂਟ ਨੇ, ਉਹ ਕਿੰਨਵੇਂ ਪ੍ਰੈਜ਼ੀਡੈਂਟ ਨੇ, ਤਾਂ ਇਹ 14ਵੇਂ ਪ੍ਰੈਜ਼ੀਡੈਂਟ ਨੇ ਜੀ ਹੁਣ ਤੱਕ। ਅਤੇ ਪ੍ਰਣਬ ਮੁਖਰਜੀ ਜਿਹੜੇ 13ਵੇਂ ਪ੍ਰੈਜ਼ੀਡੈਂਟ ਸੀਗੇ। ਅਤੇ ਪ੍ਰੈਜ਼ੀਡੈਂਟ ਦਾ ਜਿਹੜਾ ਟਰਮ ਹੁੰਦਾ ਹੈ, ਕਿੰਨੇ ਟਾਈਮ ਲਈ ਪ੍ਰੈਜ਼ੀਡੈਂਟ ਸੀਟ, ਮਤਲਬ ਕਿੰਨੇ ਟਾਈਮ ਲਈ ਉਹ ਰਹਿੰਦਾ ਹੈਗਾ, 5 ਸਾਲ ਦੇ ਰਹਿੰਦਾ ਹੈਗਾ ਪ੍ਰੈਜ਼ੀਡੈਂਟ।
ਜੇਕਰ ਉਹ ਕੌਂਸਟੀਟਿਊਸ਼ਨ ਦੀ ਵਾਇਓਲੇਸ਼ਨ ਨਹੀਂ ਕਰਦਾ ਤਾਂ ਪੂਰੇ 5 ਸਾਲ ਉਹਨਾਂ ਦੀ ਟਰਮ ਹੈਗੀ। ਤਾਂ ਹਾਂਜੀ, ਪ੍ਰੈਜ਼ੀਡੈਂਟ ਨੂੰ ਜਿਹੜਾ ਜੇ ਅਸੀਂ ਸਹੁੰ ਦੀ ਗੱਲ ਕਰੀਏ ਉਹ ਕੌਣ ਚੁਕਾਉਂਦਾ ਜੀ? ਉਹ ਚੀਫ ਜਸਟਿਸ ਆਫ ਸੁਪਰੀਮ ਕੋਰਟ, ਜੋ ਸਾਡਾ ਇੰਡੀਆ ਦਾ ਚੀਫ ਜਸਟਿਸ ਆ, ਉਹ ਸਹੁੰ ਚੁਕਾਉਂਦੇ ਨੇ। ਅੱਛਾ ਜੀ, ਅਤੇ ਜੋ ਸਾਡੇ ਦੇਸ਼ ਦੀ ਮਤਲਬ ਪਾਰਲੀਮੈਂਟ ਕਹਿ ਸਕਦੇ ਹਾਂ ਅਸੀਂ, ਪ੍ਰੈਜ਼ੀਡੈਂਟ ਹਾਊਸ ਜਿਹੜਾ ਬਣਿਆ ਹੋਇਆ ਉਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਹੈ ਜੀ। ਤਾਂ ਇਸ ਤੋਂ ਬਾਅਦ ਅਸੀਂ ਕੁਝ ਹੋਰ ਇੰਪੋਰਟੈਂਟ ਫੈਕਟ ਦੀ ਗੱਲ ਕਰ ਰਹੇ ਹਾਂਗੇ। ਤਾਂ ਜੇ ਕੋਈ ਵਿਅਕਤੀ ਪ੍ਰੈਜ਼ੀਡੈਂਟ ਬਣਨਾ ਚਾਹੁੰਦਾ ਤਾਂ ਉਹਦੇ ਲਈ ਕੁਆਲੀਫਿਕੇਸ਼ਨ ਕੀ ਜ਼ਰੂਰੀ ਨੇ? ਤਾਂ ਕੁਆਲੀਫਿਕੇਸ਼ਨ ਤੁਹਾਨੂੰ ਦੱਸ ਦਈਏ ਅਸੀਂ ਕੀ ਜ਼ਰੂਰੀ ਨੇ ਜੀ। ਸਭ ਤੋਂ ਪਹਿਲਾਂ ਉਹ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ। ਤਾਂ ਇਹ ਜਿਹੜੀਆਂ ਕੁਆਲੀਫਿਕੇਸ਼ਨਸ ਨੇ, ਇਹ ਕੁਆਲੀਫਿਕੇਸ਼ਨ ਤੁਹਾਡੇ ਕੋਲੇ ਜੀ ਆਰਟੀਕਲ 58 ਦੇ ਵਿੱਚ ਲਿਖਿਆ ਗਿਆ। ਤਾਂ ਆਰਟੀਕਲ ਬਹੁਤ ਇੰਪੋਰਟੈਂਟ ਨੇ ਕੁਛ ਐਗਜ਼ਾਮ ਦੇ ਲਈ। ਤਾਂ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ, ਮਿਨੀਮਮ ਏਜ 35 ਈਅਰ ਹੋਣੀ ਚਾਹੀਦੀ ਹੈ। ਤਾਂ ਉਹਦੇ 'ਚ ਉਸ ਵਿਅਕਤੀ 'ਚ ਇਹ ਮਤਲਬ ਉਸਦੀ ਕੁਆਲਿਟੀ ਜਾਂ ਕੁਆਲੀਫਾਈ ਹੋਣਾ ਚਾਹੀਦਾ ਉਹ, ਤਾਂ ਕਿ ਉਹ ਲੋਕ ਸਭਾ ਦਾ ਮੈਂਬਰ ਬਣ ਸਕੇ। ਉਹ ਸਾਰੀਆਂ ਲੋਕ ਸਭਾ ਦੇ ਮੈਂਬਰ ਬਣਨ ਦੀਆਂ ਯੋਗਤਾਵਾਂ ਨੂੰ ਪੂਰੀਆਂ ਕਰਦਾ ਹੋਣਾ ਚਾਹੀਦਾ ਹੈਗਾ ਜੀ। ਉਸ ਤੋਂ ਬਾਅਦ ਕੀ ਹੈ, ਉਹਦੇ ਕੋਲ ਉਹ ਕੋਈ ਇਸ ਤਰ੍ਹਾਂ ਦੇ ਅਹੁਦੇ 'ਤੇ ਨਾ ਹੋਵੇ, ਇਸ ਤਰ੍ਹਾਂ ਦੇ ਪਦ 'ਤੇ ਨਾ ਹੋਵੇ ਜਿਸ ਤੋਂ ਉਸ ਨੂੰ ਕੋਈ ਪ੍ਰੋਫਿਟ ਹੋ ਰਿਹਾ ਹੋਵੇ, ਚਾਹੇ ਉਹ ਸੈਂਟਰ ਗੌਰਮੈਂਟ ਦਾ ਹੋਵੇ, ਯੂਨੀਅਨ ਗੌਰਮੈਂਟ ਮਤਲਬ ਸਟੇਟ ਲੈਵਲ 'ਤੇ ਹੋਵੇ, ਇਸ ਤਰ੍ਹਾਂ ਦਾ ਉਹ ਨਹੀਂ ਹੋਣਾ ਚਾਹੀਦਾ। ਤਾਂ ਇਹ ਕੁਝ ਮਤਲਬ ਕੁਆਲੀਫਿਕੇਸ਼ਨਸ ਨੇ ਜੇ ਅਸੀਂ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਹੈਗੇ। ਆਰਟੀਕਲ 58 ਦੇਖੋ ਇਹੀ ਡੀਲ ਕਰਦਾ ਵੀ ਪ੍ਰੈਜ਼ੀਡੈਂਟ ਦੀਆਂ ਕੀ ਕੁਆਲੀਫਿਕੇਸ਼ਨਸ ਨੇ। ਮਿਨੀਮਮ ਏਜ 35, ਤਾਂ ਮੈਂਬਰ ਬਣਨ ਦੀ ਯੋਗਤਾ ਰੱਖਦਾ ਹੋਵੇ ਲੋਕ ਸਭਾ ਦੀ, ਇਹ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ। ਉਸ ਤੋਂ ਬਾਅਦ ਜੀ ਵੋਟ, ਜਦੋਂ ਇਲੈਕਸ਼ਨ ਪ੍ਰੋਸੀਜਰ ਹੁੰਦਾ ਤਾਂ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਉਹ ਇਨਡਾਇਰੈਕਟਲੀ ਹੁੰਦੀਆਂ ਨੇ, ਡਾਇਰੈਕਟਲੀ ਨਹੀਂ ਹੁੰਦੀਆਂ, ਇਨਡਾਇਰੈਕਟਲੀ ਹੁੰਦੀਆਂ ਨੇ। ਉਹਦੇ ਵਿੱਚ ਆਮ ਜਨਤਾ ਵੋਟਿੰਗ ਨਹੀਂ ਕਰਦੀ। ਤਾਂ ਵੋਟ ਕੌਣ ਭਰਦਾ ਜੀ ਪ੍ਰੈਜ਼ੀਡੈਂਟ ਦੇ ਲਈ? ਜੋ ਇਲੈਕਟਡ MP ਹੁੰਦੇ ਨੇ ਪਾਰਲੀਮੈਂਟ ਦੇ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ, ਜੋ ਕਿ ਟੋਟਲ 776 MP ਹੁੰਦੇ ਨੇ, ਜਿਸ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਸਿਰਫ ਇਲੈਕਟਡ MP ਹੁੰਦੇ ਨੇ। ਅਤੇ ਨਾਲ ਹੀ ਵਿਧਾਨ ਸਭਾ, ਜਿੰਨੀਆਂ ਵੀ ਵਿਧਾਨ ਸਭਾਵਾਂ ਨੇ ਸਾਰੇ ਸਟੇਟਾਂ ਦੀਆਂ, ਪਲੱਸ 2 UT ਪੌਂਡੀਚੇਰੀ ਐਂਡ ਦਿੱਲੀ ਦੀਆਂ, ਜੋ ਉਹਨਾਂ ਦੇ ਜਿਹੜੇ ਇਲੈਕਟਡ MLA ਹੁੰਦੇ ਨੇ, ਉਹ ਵੋਟ ਪਾਉਂਦੇ ਆ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਲਈ। ਤਾਂ ਉਹਨਾਂ ਦੀ ਵੋਟ ਵੈਲਿਊ ਪਹਿਲਾਂ ਮਤਲਬ ਪਤਾ ਕੀਤੀ ਜਾਂਦੀ ਹੈਗੀ। ਆਰਟੀਕਲ ਜਿਹੜਾ 55 ਹੈ ਉਹ ਦੱਸਦਾ ਹੈਗਾ ਵੀ ਸਾਡੇ ਜਿਹੜਾ ਪ੍ਰੈਜ਼ੀਡੈਂਟ ਹੈ ਉਸ ਦੀ ਇਲੈਕਸ਼ਨ ਦਾ ਪ੍ਰੋਸੀਜਰ ਕੀ ਹੋਏਗਾ। ਪ੍ਰੋਸੀਜਰ ਇਹਦੇ 'ਚ ਕੀ ਹੁੰਦਾ ਜੀ ਸਾਡੇ ਕੋਲੇ, ਉਹਦੇ ਬਾਰੇ ਤੁਹਾਨੂੰ ਦੱਸ ਰਹੇ ਹਾਂਗੇ ਅਸੀਂ। ਤਾਂ ਪ੍ਰੋਸੀਜਰ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਸਾਡੇ ਕੋਲ ਜਿਹੜੀ ਵੋਟਿੰਗ ਹੁੰਦੀ ਹੈ ਪ੍ਰੈਜ਼ੀਡੈਂਟ ਦੀ, ਇੱਕ ਤਾਂ ਉਹ ਸੀਕਰੇਟ ਬੈਲਟ ਪੇਪਰ ਦੇ ਰਾਹੀਂ ਹੁੰਦੀ ਹੈ। ਪ੍ਰੈਫਰੈਂਸ ਵੋਟਿੰਗ ਹੁੰਦੀ ਹੈ, ਮਤਲਬ ਜੇਕਰ ਕੋਈ ਕੈਂਡੀਡੇਟ ਪ੍ਰੈਜ਼ੀਡੈਂਟ ਨੂੰ ਵੋਟ ਕਰ ਰਿਹਾ ਤਾਂ ਮੰਨ ਲਓ 2 ਕੈਂਡੀਡੇਟ ਉੱਥੇ ਹੈ ਨੇ, ਤਾਂ A B ਕੋਈ ਕੈਂਡੀਡੇਟ ਨੇ, ਤਾਂ ਅਸੀਂ ਰੈਂਕਿੰਗ ਦੇਵਾਂਗੇ ਪਹਿਲੇ ਰੈਂਕ 'ਤੇ ਵੀ ਸਾਡੀ ਪਹਿਲ ਇਸ ਕੈਂਡੀਡੇਟ ਨੂੰ ਹੈ, ਦੂਸਰਾ ਰੈਂਕਿੰਗ ਅਸੀਂ ਇਸ ਨੂੰ ਦਿੰਦੇ ਹਾਂ। ਸਿੰਗਲ ਟਰਾਂਸਫਰ ਵੋਟ ਦੇ ਨਾਲ ਇਹ ਸਾਡਾ ਇਲੈਕਸ਼ਨ ਹੁੰਦੀ ਹੈਗੀ ਪ੍ਰੈਜ਼ੀਡੈਂਟ ਦੀ ਇੰਡੀਆ ਦੇ ਵਿੱਚ। ਤਾਂ ਜਿਹੜੀ MLA ਦੀ ਵੋਟ ਜੇ ਅਸੀਂ ਫਾਈਂਡ ਆਊਟ ਕਰਨੀ ਹੈ, ਮਤਲਬ ਇੱਕ MLA ਦੀ ਵੋਟ ਵੈਲਿਊ ਪਤਾ ਕਰਨੀ ਹੈ, ਤਾਂ ਉਸ ਦੇ ਲਈ ਅਸੀਂ ਕਿਵੇਂ ਕੈਲਕੂਲੇਟ ਕਰ ਦਿਆਂਗੇ? ਤਾਂ ਸਾਡੇ ਇੰਡੀਆ ਵਿੱਚ ਸਟੇਟ ਹੈ ਜਿਹੜੇ, ਉਹਨਾਂ ਦੇ ਵਿੱਚ ਪਾਪੂਲੇਸ਼ਨ ਡਿਫਰੈਂਟ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਪੋਰਸ਼ਨਲ ਬੇਸ 'ਤੇ, ਤਾਂ ਕਿ ਉਹਨਾਂ ਨੂੰ ਇਕੁਅਲ ਰਾਈਟ ਮਿਲ ਸਕੇ ਪ੍ਰੈਜ਼ੀਡੈਂਟ ਨੂੰ ਇਲੈਕਟ ਕਰਨ ਦਾ, ਤਾਂ MLA ਜੋ ਉਹਨਾਂ ਦੀ ਵੋਟ ਵੈਲਿਊ ਪਤਾ ਕੀਤੀ ਜਾਂਦੀ ਹੈ। ਕਿਵੇਂ ਕੀਤੀ ਜਾਂਦੀ ਹੈ ਜੀ ਵੋਟ ਵੈਲਿਊ? ਤਾਂ ਸਭ ਤੋਂ ਪਹਿਲਾਂ ਟੋਟਲ ਜਿੰਨੀ ਪਾਪੂਲੇਸ਼ਨ ਹੈ ਕਿਸੇ ਸਟੇਟ ਦੀ, ਡਿਵਾਈਡ ਕਰਨਾ ਅਸੀਂ ਉਸ ਨੂੰ ਕਿਸ ਦੇ ਨਾਲ, ਨੰਬਰ ਆਫ MLA ਉਸ ਸਟੇਟ ਦੇ ਕਿੰਨੇ ਹੈ, ਇਨਟੂ 1/1000, 1000 ਨਾਲ ਅਸੀਂ ਫਿਰ ਉਸ ਨੂੰ ਡਿਵਾਈਡ ਕਰ ਦੇਣਾ ਗਾ। ਤਾਂ ਇਹ ਸਾਡੇ ਕੋਲ ਇੱਕ MLA ਦੀ ਵੋਟ ਵੈਲਿਊ ਆ ਜੂਗੀ। ਜੇਕਰ ਅਸੀਂ MP ਦੀ ਵੋਟ ਵੈਲਿਊ ਪਤਾ ਕਰਨੀ ਹੈ ਇੱਕ MP ਦੀ, ਤਾਂ ਅਸੀਂ ਟੋਟਲ ਜੋ ਸਾਡੇ ਕੋਲ ਵੋਟ ਵੈਲਿਊ ਬਣ ਗਈ, ਸਾਰੇ ਹੀ MLA ਜਿੰਨੇ ਵੀ ਇਲੈਕਟਡ MLA ਉਹਨਾਂ ਦੀ ਜਿਹੜੀ ਵੋਟ ਵੈਲਿਊ ਬਣ ਗਈ, ਉਹਨੂੰ ਅਸੀਂ ਡਿਵਾਈਡ ਕਰਾਂਗੇ ਟੋਟਲ ਜਿਹੜੇ ਨੰਬਰ ਆਫ MP ਨੇ। ਨੰਬਰ ਆਫ MP ਕਿੰਨੇ ਆ ਟੋਟਲ, ਜਿਹੜੇ ਕਿ ਇਲੈਕਟਡ MP ਹੈ 776। ਹਾਂਜੀ, ਨੈਕਸਟ ਹੈ ਸਾਡੇ ਕੋਲੇ, ਦੇਖੋ ਕਿ ਜਿਹੜਾ ਸਾਡਾ ਪ੍ਰੈਜ਼ੀਡੈਂਟ ਹੈ ਉਹ ਸਾਡਾ ਇੰਡੀਆ ਦਾ ਫਸਟ ਸਿਟੀਜ਼ਨ ਹੁੰਦਾ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਉਹ ਵੀ ਕੌਨਸਟੀਟਿਊਸ਼ਨ ਦੀ ਕੀ ਕਰੇ, ਕੌਨਸਟੀਟਿਊਸ਼ਨ ਦੀ ਮਤਲਬ ਰਿਸਪੈਕਟ ਕਰੇ, ਕਹਿਣ ਦਾ ਭਾਵ ਉਸਨੂੰ ਫੋਲੋ ਕਰੇ। ਤਾਂ ਜਿਹੜਾ ਸਾਡਾ ਮਤਲਬ ਪ੍ਰੈਜ਼ੀਡੈਂਟ, ਜਿਵੇਂ ਰਾਮਨਾਥ ਕੋਵਿੰਦ ਤੁਸੀਂ ਦੇਖ ਰਹੇ ਹੋਗੇ, ਤਾਂ ਇਸ ਨੂੰ ਸਹੁੰ ਚੁਕਾ ਰਹੇ ਨੇ, ਕੌਣ ਚੁਕਾ ਰਹੇ ਨੇ? ਚੀਫ ਜਸਟਿਸ JS ਕੇਹਰ ਜੀ। ਮਤਲਬ ਇਹ ਕੀ ਨੇ, ਸਹੁੰ ਚੁਕਾ ਸਮਾਗਮ ਹੈ ਇੱਕ ਤਰ੍ਹਾਂ ਦਾ ਇਹ ਆਰਟੀਕਲ 60 ਦੇ ਅਕੋਰਡਿੰਗ ਹੁੰਦਾ। ਤਾਂ ਦੂਸਰਾ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ 5 ਸਾਲ ਤੱਕ
ਆਪਣੇ ਅਹੁਦੇ 'ਤੇ ਰਹਿ ਸਕਦਾ ਹੈਗਾ, ਠੀਕ ਹੈ, ਜੇਕਰ ਉਹ ਕੌਨਸਟੀਟਿਊਸ਼ਨ ਦੀ ਵਾਇਓਲੇਸ਼ਨ ਨਹੀਂ ਕਰਦਾ। ਤਾਂ ਇਹ ਆਰਟੀਕਲ ਜਿਹੜਾ 56 ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਸਦਾ ਜਿਹੜਾ ਟੈਨਿਓਰ ਹੁੰਦਾ 5 ਈਅਰ ਹੁੰਦਾ ਹੈਗਾ। ਇੰਡੀਆ ਦੇ ਵਿੱਚ ਗੱਲ ਕਰ ਰਹੇ ਹਾਂ ਅਸੀਂ, ਅਤੇ ਕਿੰਨੇ ਵਾਰ ਵੀ ਉਹ ਰਾਸ਼ਟਰਪਤੀ ਚੋਣ ਲੜ ਸਕਦਾ ਹੈ ਜਾਂ ਬਣ ਸਕਦਾ। ਹਾਂ, ਹੁਣ ਜੇ ਗੱਲ ਕਰਦੇ ਹਾਂ ਜੇ ਪ੍ਰੈਜ਼ੀਡੈਂਟ ਨੂੰ ਕਿਸੇ ਟਾਈਮ 'ਤੇ ਰੈਜੀਨੇਸ਼ਨ ਰਿਜ਼ਾਈਨ ਦੇਣਾ ਪੈ ਜੇ ਤਾਂ ਉਹ ਕਿਸ ਨੂੰ ਰਿਜ਼ਾਈਨ ਦਿੰਦਾ, ਤਾਂ ਉਹ ਜੀ ਵਾਈਸ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਦੇ ਸਕਦਾ ਆਪਣਾ ਪ੍ਰੈਜ਼ੀਡੈਂਟ। ਤਾਂ ਵਾਈਸ ਪ੍ਰੈਜ਼ੀਡੈਂਟ ਨੂੰ ਜੇਕਰ ਉਸਨੇ ਰਿਜ਼ਾਈਨ ਦੇਤਾ, ਰਿਜ਼ਾਈਨ ਕਿਉਂ ਦੇਗਾ, ਵੈਸੇ ਕੋਈ ਕਾਰਨ ਹੋ ਸਕਦਾ, ਜਾਂ ਡੈਥ ਦੇ ਕਾਰਨ ਵੀ ਹੋ ਸਕਦਾ, ਹੋਰ ਕੋਈ ਕਾਰਨ, ਮਤਲਬ ਰਿਜ਼ਾਈਨ ਦੇਤਾ ਉਹਨੇ, ਮੰਨ ਲਓ ਜਿੱਦਾਂ ਡੈਥ ਹੋ ਗਈ ਫਿਰ ਤਾਂ ਆਟੋਮੈਟਿਕਲੀ ਪੋਸਟ ਖਾਲੀ ਹੋਈ। ਜੇਕਰ ਰਿਜ਼ਾਈਨ ਦੇਊਗਾ ਤਾਂ ਕਿਸ ਨੂੰ ਦੇਊਗਾ, ਵਾਈਸ ਪ੍ਰੈਜ਼ੀਡੈਂਟ ਨੂੰ। ਔਰ ਜੇ ਵਾਈਸ ਪ੍ਰੈਜ਼ੀਡੈਂਟ ਨੇ ਕਿਸੇ ਟਾਈਮ 'ਤੇ ਰਿਜ਼ਾਈਨ ਦੇਣਾ ਹੋਵੇ ਉਹ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਦਿੰਦਾ। ਠੀਕ ਹੈ ਜੀ, ਇਹ ਗੱਲ ਤੁਹਾਨੂੰ ਜ਼ਰੂਰ ਪਤਾ ਹੋਵੇ। ਤਾਂ ਜਦੋਂ ਫਿਰ ਉਹ ਰਿਜ਼ਾਈਨ ਦੇ ਦਿੰਦੇ ਨੇ, ਉਸ ਤੋਂ ਬਾਅਦ ਮੰਨ ਲਓ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਦੇਤਾ, ਵਾਈਸ ਪ੍ਰੈਜ਼ੀਡੈਂਟ ਨੂੰ ਲਿਖ ਕੇ ਦੇਤਾ ਰਿਜ਼ਾਈਨ, ਤਾਂ ਉਦੋਂ ਵਾਈਸ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਤੌਰ 'ਤੇ ਕੰਮ ਕਰੇਗਾ। ਸਪੋਜ਼ ਕਰੋ ਉਸ ਟਾਈਮ 'ਤੇ ਵਾਈਸ ਪ੍ਰੈਜ਼ੀਡੈਂਟ ਨਹੀਂ ਹੈ ਤਾਂ ਫਿਰ ਚੀਫ ਜਸਟਿਸ ਆਫ ਇੰਡੀਆ ਪ੍ਰੈਜ਼ੀਡੈਂਟ ਦੇ ਤੌਰ 'ਤੇ ਕੰਮ ਕਰੇਗਾ। ਅਤੇ ਜੇਕਰ ਪ੍ਰੈਜ਼ੀਡੈਂਟ ਨੇ ਜਦੋਂ ਰਿਜ਼ਾਈਨ ਦਿੱਤਾ, ਚੀਫ ਜਸਟਿਸ ਆਫ ਇੰਡੀਆ ਵੀ ਨਹੀਂ ਹੈ ਮੌਕੇ 'ਤੇ ਉਸ ਟਾਈਮ 'ਤੇ, ਤਾਂ ਜਿਹੜਾ ਸਾਡੇ ਕੋਲ ਮੋਸਟ ਜਿਹੜਾ ਸੀਨੀਅਰ ਜੱਜ ਹੈ ਸੁਪਰੀਮ ਕੋਰਟ ਦਾ, ਉਹ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ 'ਤੇ ਕੰਮ ਕਰੇਗਾ। ਤਾਂ ਇਹ ਜ਼ਰੂਰੀ ਹੈ ਵੀ ਜਦੋਂ ਵੀ ਜੇ ਸਾਡਾ ਪ੍ਰੈਜ਼ੀਡੈਂਟ ਆ ਉਹਦੀ ਪੋਸਟ ਖਾਲੀ ਹੁੰਦੀ ਹੈ ਤਾਂ ਵਿਦਿਨ 6 ਮੰਥ 6 ਮਹੀਨਿਆਂ ਦੇ ਅੰਦਰ ਅੰਦਰ ਇਲੈਕਸ਼ਨ ਕਰਵਾ ਕੇ ਨਵਾਂ ਪ੍ਰੈਜ਼ੀਡੈਂਟ ਕੋਈ ਸਾਨੂੰ ਇਲੈਕਟ ਕਰਨਾ ਜ਼ਰੂਰੀ ਹੈ। ਤਾਂ ਸਾਡੇ ਦੇਸ਼ ਨੂੰ ਰਿਪਬਲਿਕ ਕੰਟਰੀ ਇਸੇ ਲਈ ਕਿਹਾ ਜਾਂਦਾ ਕਿਉਂਕਿ ਹੈੱਡ ਆਫ ਦਾ ਸਟੇਟ ਕੌਣ ਹੁੰਦਾ, ਪ੍ਰੈਜ਼ੀਡੈਂਟ। ਐਗਜ਼ੀਕਿਊਟਿਵ ਪਾਵਰ ਕਿਸ ਕੋਲੇ ਹੁੰਦੀਆਂ ਨੇ ਜੀ, ਪ੍ਰੈਜ਼ੀਡੈਂਟ ਕੋਲੇ ਹੁੰਦੀਆਂ ਨੇ। ਸਾਰੀਆਂ ਜਿਹੜੀਆਂ ਯੂਨੀਅਨ ਪਾਵਰ ਹੈ, ਐਗਜ਼ੀਕਿਊਟਿਵ ਪਾਵਰ ਹੈ, ਉਹ ਹੈੱਡ ਆਫ ਦਾ ਸਟੇਟ ਪ੍ਰੈਜ਼ੀਡੈਂਟ ਕੋਲੇ ਹੁੰਦੀਆਂ। ਅਤੇ ਜੋ ਸਾਡਾ ਦੇਸ਼ ਦਾ ਪ੍ਰੈਜ਼ੀਡੈਂਟ ਹੈ ਉਹ ਇਲੈਕਟ ਕੀਤਾ ਜਾਂਦਾ ਇਨਡਾਇਰੈਕਟਲੀ ਤਰੀਕੇ ਨਾਲ, ਵੋਟਿੰਗ ਸਿਸਟਮ ਨਾਲ ਕੀਤਾ ਜਾਂਦਾ। ਉਹ ਕਿਸੇ ਰਾਜੇ ਦਾ ਜਾਂ ਹੈਰੀਡੇਟਰੀ ਸਿਸਟਮ ਦੇ ਅੰਡਰ ਨਹੀਂ ਆਉਂਦਾ। ਇਸੇ ਕਾਰਨ ਸਾਡੇ ਦੇਸ਼ ਨੂੰ ਰਿਪਬਲਿਕ ਕੰਟਰੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਜੀ ਇੰਪੀਚਮੈਂਟ ਦੀ, ਕਿਉਂਕਿ ਅਸੀਂ ਜਾਣਦੇ ਹਾਂ ਇੰਪੀਚਮੈਂਟ ਹੈ ਜੋ ਆਰਟੀਕਲ 61 ਦੇ ਅਕੋਰਡਿੰਗ ਹੈ ਜੀ। 61 ਦੇ ਵਿੱਚ ਕੀ ਹੈ, ਸਾਡੇ ਕੋਲ ਜੋ ਕੌਨਸਟੀਟਿਊਸ਼ਨ ਹੈ ਉਹਦੇ ਸਾਹਮਣੇ ਉਹਦੇ ਲਈ ਸਾਰੇ ਨਾਗਰਿਕ ਬਰਾਬਰ ਨੇ। ਤਾਂ ਹਰ ਨਾਗਰਿਕ ਨੂੰ ਜ਼ਰੂਰੀ ਹੈ, ਸਿਟੀਜ਼ਨ ਨੂੰ ਜ਼ਰੂਰੀ ਹੈ ਇਹ ਕਿ ਉਹ ਕੌਨਸਟੀਟਿਊਸ਼ਨ ਦੀ ਕੀ ਹੈ, ਮਤਲਬ ਉਸ ਦੀ ਪਾਲਣਾ ਕਰੇ, ਜੋ ਵੀ ਉਹਦੇ ਵਿੱਚ ਲਿਖਿਆ ਉਹਨਾਂ ਦੇ ਨਿਯਮਾਂ ਨੂੰ ਫੋਲੋ ਕਰੇ। ਜੇਕਰ ਕੋਈ ਵੀ ਵਿਅਕਤੀ ਕੌਨਸਟੀਟਿਊਸ਼ਨ ਦੀ ਵਾਇਓਲੇਸ਼ਨ ਕਰਦਾ ਤਾਂ ਉਸ ਦੇ ਲਈ ਪਨਿਸ਼ਮੈਂਟ ਜਾਂ ਉਸ ਨੂੰ ਸਜ਼ਾ ਮਿਲੇਗੀ ਜ਼ਰੂਰ। ਤਾਂ ਇਹ ਪ੍ਰੈਜ਼ੀਡੈਂਟ 'ਤੇ ਵੀ ਅਪਲਾਈ ਹੁੰਦਾ ਹੈ ਕਿਉਂਕਿ ਉੱਥੇ ਤਾਂ ਹੋਣਾ ਜ਼ਰੂਰੀ ਹੈ। ਕਿਉਂਕਿ ਉਹ ਦੇਸ਼ ਦਾ ਫਸਟ ਸਿਟੀਜ਼ਨ ਹੈ। ਅਤੇ ਆਰਟੀਕਲ 61 ਇਹ ਕਹਿੰਦਾ ਫਿਰ ਉਸ ਨੂੰ ਸਜ਼ਾ ਮਿਲੇਗੀ। ਸਜ਼ਾ ਕੀ ਮਿਲੇਗੀ, ਉਸ ਨੂੰ ਇੰਪੀਚਮੈਂਟ ਕੀਤਾ ਜਾ ਸਕਦਾ, ਉਸ ਨੂੰ ਉਸਦੇ ਅਹੁਦੇ ਤੋਂ ਹਟਾਇਆ ਜਾ ਸਕਦਾ। ਔਰ ਹਟਾਉਣ ਦਾ ਤਰੀਕਾ ਕੀ ਹੈ ਜੀ, ਹਟਾਉਣ ਦਾ ਤਰੀਕਾ ਇਹ ਹੈ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਕਿਸੇ ਵੀ ਮਤਲਬ ਸਦਨ ਦੇ ਵਿੱਚ ਇਹਨਾਂ ਦੋਨਾਂ ਦੇ ਵਿੱਚੋਂ ਤਾਂ 25% 1/4 ਜਿਹੜੇ ਉੱਥੇ MP ਬੈਠੇ ਹੋਏ ਨੇ ਉਹ ਕੀ ਕਰ ਸਕਦੇ ਆ, ਉਹ ਇੱਕ ਲੈਟਰ ਲਿਖ ਕੇ ਉਹਨਾਂ 'ਤੇ ਸਿਗਨੇਚਰ ਕਰਕੇ 2/3 ਮੈਜੋਰਿਟੀ ਨਾਲ ਇੱਕ ਰੈਜੂਲੇਸ਼ਨ ਪਾਸ ਕਰਨਗੇ। ਪਰ ਇਹ ਰੈਜੂਲੇਸ਼ਨ ਪਾਸ ਕਰਨ ਤੋਂ ਪਹਿਲਾਂ ਪ੍ਰੈਜ਼ੀਡੈਂਟ ਨੂੰ 14 ਦਿਨ ਦਾ ਨੋਟਿਸ ਦਿੱਤਾ ਜਾਏਗਾ। ਉਸ ਤੋਂ ਬਾਅਦ ਉਹ ਨੋਟਿਸ ਪਾਸ ਕਰਨਗੇ, ਮਤਲਬ ਲਿਖਤੀ ਰੂਪ 'ਚ ਨੋਟਿਸ ਕੀ ਉਹਨਾਂ ਨੂੰ ਦੇ ਕੇ ਉਸ ਤੋਂ ਬਾਅਦ ਕੀ ਆਪਣਾ ਰੈਜੂਲੇਸ਼ਨ ਪਾਸ ਕਰਨਗੇ। ਸਪੋਜ਼ ਕਰੋ ਲੋਕ ਸਭਾ ਨੇ ਕਿਸੇ ਲੋਕ ਸਭਾ ਦੇ ਵਿੱਚ 2/3 ਨਾਲ ਰੈਜੂਲੇਸ਼ਨ ਪਾਸ ਕਰ ਲਿਆ, ਉਸ ਤੋਂ ਬਾਅਦ ਇਹ ਰਾਜ ਸਭਾ ਦੇ ਵਿੱਚ ਭੇਜਿਆ ਗਿਆ। ਤਾਂ ਫਿਰ ਜਿਹੜੇ ਰਾਜ ਸਭਾ ਦੇ ਮਤਲਬ MP ਹੋਣਗੇ ਰਾਜ ਸਭਾ ਦੇ ਵਿੱਚ ਉਹ ਇਹਨੂੰ ਵਿਚਾਰਨਗੇ। ਤਾਂ ਉਹ ਵਿਚਾਰਨਗੇ ਇਕੱਠੇ ਬੈਠ ਕੇ ਵੀ ਵਾਕਿਆ ਹੀ ਜਿਹੜਾ ਮਤਲਬ ਕੀ ਹੈ ਸਾਡੇ ਕੋਲ ਵਾਇਓਲੇਸ਼ਨ ਹੋਈ ਹੈਗੀ ਕੌਨਸਟੀਟਿਊਸ਼ਨ ਦੀ, ਪ੍ਰੈਜ਼ੀਡੈਂਟ ਵੱਲੋਂ ਕੌਨਸਟੀਟਿਊਸ਼ਨ ਦੀ ਵਾਇਓਲੇਸ਼ਨ ਕੀਤੀ ਗਈ ਹੈ। ਜੇਕਰ ਉਸਨੇ ਕੀਤੀ ਹੈ, ਇਹ ਪਾਇਆ ਜਾਂਦਾ ਹੈ ਤਾਂ ਉਸ ਨੂੰ ਹਟਾ ਦਿੱਤਾ ਜਾਂਦਾ ਹੈ ਜੀ ਰਾਸ਼ਟਰਪਤੀ ਦੇ ਅਹੁਦੇ ਤੋਂ। ਆਰਟੀਕਲ 61 ਦੀ ਇਹ ਪ੍ਰੋਵੀਜ਼ਨ ਹੈ ਇੰਪੀਚਮੈਂਟ ਦੀ। ਇਸ ਤੋਂ ਬਾਅਦ ਜੀ ਅਸੀਂ ਗੱਲ ਕਰਦੇ ਹਾਂ ਪ੍ਰੈਜ਼ੀਡੈਂਟ ਕੋਲ ਕਾਫੀ ਪਾਵਰਸ ਹੁੰਦੀਆਂ ਨੇ ਕਿਉਂਕਿ ਹੈੱਡ ਆਫ ਦਾ ਸਟੇਟ ਆ ਉਹ। ਹੈੱਡ ਆਫ ਦਾ ਸਟੇਟ ਮੀਨਜ਼ ਹੈੱਡ ਆਫ ਦਾ ਕੰਟਰੀ, ਹੈੱਡ ਆਫ ਦਾ ਯੂਨੀਅਨ। ਅਤੇ ਰਿਪਬਲਿਕ ਹੈ ਉਹ ਇਲੈਕਟਡ ਹੈ। ਐਗਜ਼ੀਕਿਊਟਿਵ ਪਾਵਰ ਉਹਦੇ ਕੋਲ ਨੇ, ਕਿਹੜੀਆਂ ਪਾਵਰਸ ਨੇ, ਫਾਈਨੈਂਸ਼ੀਅਲ ਪਾਵਰਸ। ਫਾਈਨੈਂਸ਼ੀਅਲ ਪਾਵਰ ਰਿਲੇਟਡ ਅਸੀਂ ਇੱਕ ਗੱਲ ਕਰ ਦਿਆਂਗੇ ਕਿ ਜੋ ਸਾਡਾ ਫਾਈਨਾਂਸ ਕਮਿਸ਼ਨ ਹੈ ਆਰਟੀਕਲ 280 ਦੇ ਅੰਡਰ ਆਉਂਦਾ ਉਹ। ਤਾਂ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਪਾਵਰਸ ਨੇ ਕਾਫੀ ਪ੍ਰੈਜ਼ੀਡੈਂਟ ਕੋਲ ਨੇ। ਐਗਜ਼ੀਕਿਊਟਿਵ ਪਾਵਰ ਉਸ ਕੋਲ ਹੈਗੀਆਂ ਨੇ, ਜੁਡੀਸ਼ੀਅਲ ਪਾਵਰ ਨੇ, ਵੀਟੋ ਪਾਵਰ ਹੈ। ਤਾਂ ਇਹ ਕੁਛ ਪਾਵਰਸ ਨੇ ਉਸ ਕੋਲ, ਇਹਨਾਂ ਨੂੰ ਅਸੀਂ ਡਿਟੇਲ 'ਚ ਇੱਕ ਹੋਰ ਵੀਡੀਓ ਤਿਆਰ ਕਰਾਂਗੇ, ਉਹਦੇ ਵਿੱਚ ਦੱਸਾਂਗੇ। ਤਾਂ ਆਰਟੀਕਲ 77 ਹੈ ਜੋ, ਉਹਦੇ ਵਿੱਚ ਕੀ ਲਿਖਿਆ, ਜਿਹੜੀਆਂ ਵੀ ਐਗਜ਼ੀਕਿਊਟਿਵ ਐਕਸ਼ਨ ਨੇ ਗੌਰਮੈਂਟ ਆਫ ਇੰਡੀਆ ਦੇ ਉਹ ਸਾਰੇ ਦੇ ਸਾਰੇ ਪ੍ਰੈਜ਼ੀਡੈਂਟ ਦੇ ਨਾਮ 'ਤੇ
ਹੁੰਦੇ ਨੇ, ਜਾਣੀ ਕਿ ਪ੍ਰੈਜ਼ੀਡੈਂਟ ਹੀ ਹੈੱਡ ਹੈਗਾ। ਬਟ ਉਹ ਨੋਮੀਨਲ ਹੈੱਡ ਹੈ, ਉਹਨਾਂ ਕੋਲ ਨੋਮੀਨਲ ਪਾਵਰ ਹੁੰਦੀਆਂ ਨੇ, ਰੀਅਲ ਪਾਵਰ ਉਹ ਕਾਊਂਸਲ ਆਫ ਮਿਨਿਸਟਰਸ ਹੈਡਡ ਬਾਏ ਜੋ PM ਹੁੰਦਾ ਉਹਦੇ ਕੋਲ ਹੁੰਦੀਆਂ ਨੇ। ਤਾਂ ਹੋਰ ਤੁਹਾਨੂੰ ਜਾਣਕਾਰੀ ਦਈਏ ਵੀ ਜੋ ਪ੍ਰੈਜ਼ੀਡੈਂਟ ਹੈ ਉਹ ਅਪੁਆਇੰਟਮੈਂਟ ਕਰਦਾ, ਕਿਹਨਾਂ ਦੀ ਕਰਦਾ ਜੀ? UPSC ਦੇ ਸਾਰੇ ਮੈਂਬਰਸ ਐਂਡ ਚੇਅਰਮੈਨ, ਔਰ ਜੋ ਸਾਡੇ ਕੋਲੇ ਫਾਈਨਾਂਸ ਕਮਿਸ਼ਨ ਦੇ ਸਾਰੇ ਮੈਂਬਰ ਉਸਦੇ ਚੇਅਰਮੈਨ, ਅਤੇ ਕੈਗ ਐਂਡ ਅਟਾਰਨੀ ਜਨਰਲ। ਹੋਰ ਅਸੀਂ ਗੱਲ ਕਰੀਏ ਜੋ ਸਾਡੇ ਕੋਲ ਆਰਮਡ ਫੋਰਸ ਦੇ ਚੀਫ ਹੁੰਦੇ ਨੇ, ਹੈੱਡ ਹੁੰਦੇ ਆ, ਉਹਨਾਂ ਦੀ ਅਪੁਆਇੰਟਮੈਂਟ ਪ੍ਰੈਜ਼ੀਡੈਂਟ ਵੱਲੋਂ ਕੀਤੀ ਜਾਂਦੀ ਹੈ। ਗਵਰਨਰ ਦੀ, ਬੈਕਵਰਡ ਕਲਾਸਿਸ ਦੇ ਜਿਹੜੇ ਮੈਂਬਰ ਨੇ ਕਮਿਸ਼ਨ ਦੇ, ਬੈਕਵਰਡ ਕਲਾਸ ਹੋ ਗਿਆ, ਮਿਨੋਰਿਟੀ ਕਮਿਸ਼ਨ ਹੋ ਗਿਆ, ਜੋ ਵੀ ਇਹ ਕਮਿਸ਼ਨ ਬਣਾਏ ਜਾਂਦੇ ਆ ਇਹਨਾਂ ਸਾਰਿਆਂ ਦੀ, ਹੋਰ ਇੰਟਰਸਟੇਟ ਕਾਊਂਸਲ ਹੋ ਗਈ ਜਿਹੜੀ, ਉਹਨਾਂ ਸਾਰਿਆਂ ਦੇ ਮੈਂਬਰ ਐਂਡ ਚੇਅਰਮੈਨ ਜੋ ਹੁੰਦੇ ਨੇ ਉਹ ਪ੍ਰੈਜ਼ੀਡੈਂਟ ਵੱਲੋਂ ਅਪੁਆਇੰਟ ਕੀਤੇ ਜਾਂਦੇ ਨੇ। ਹਾਂਜੀ, ਇਸ ਤੋਂ ਬਾਅਦ ਅਸੀਂ ਤਾਂ ਪ੍ਰੈਜ਼ੀਡੈਂਟ ਕੋਲ ਹੋਰ ਵੀ ਕੁਝ ਪਾਵਰਸ ਨੇ। ਉਹ ਕੀ ਕਰ ਸਕਦਾ? ਉਹ ਲੋਕ ਸਭਾ ਜਾਂ ਰਾਜ ਸਭਾ ਕਿਸੇ ਨੂੰ ਵੀ ਐਡਰੈਸ ਕਰ ਸਕਦਾ, ਸੰਬੋਧਨ ਕਰ ਸਕਦਾ, ਜੁਆਇੰਟ ਸੈਸ਼ਨ ਬੁਲਾ ਸਕਦਾ ਜਦੋਂ ਉਸ ਨੂੰ ਲੋੜ ਲੱਗੇ। ਔਰ ਜਦੋਂ ਵੀ ਜਨਰਲ ਇਲੈਕਸ਼ਨ ਹੁੰਦੀਆਂ, ਆਮ ਚੋਣਾਂ ਹੁੰਦੀਆਂ ਨੇ, ਆਮ ਚੋਣਾਂ ਮਤਲਬ ਜਦੋਂ ਲੋਕ ਸਭਾ ਦੀਆਂ ਵੋਟਾਂ ਹੁੰਦੀਆਂ ਨੇ, ਤਾਂ ਹਰ ਲੋਕ ਸਭਾ ਦੀਆਂ ਵੋਟਾਂ ਤੋਂ ਬਾਅਦ ਜਦੋਂ ਰਿਜ਼ਲਟ ਆਉਣ ਤੋਂ ਬਾਅਦ ਜਦੋਂ ਪਹਿਲਾ ਸਟਾਰਟਿੰਗ ਹੁੰਦਾ, ਫਸਟ ਸੈਸ਼ਨ ਹੁੰਦਾ ਹੈਗਾ, ਤਾਂ ਉਦੋਂ ਉਹ ਕੀ ਕਰਦਾ? ਉਸ ਨੂੰ ਐਡਰੈਸ ਕਰਦਾ, ਦੋਨਾਂ ਨੂੰ ਇਕੱਠੇ ਬਿਠਾ ਕੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਐਡਰੈਸ ਕਰਨ ਦਾ ਪ੍ਰੋਵੀਜ਼ਨ ਹੈ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ। ਅਤੇ ਇੱਕ ਹਰੇਕ ਜਿਹੜਾ ਨਵੇਂ ਸਾਲ ਦਾ ਸੈਸ਼ਨ ਜਦੋਂ ਸਟਾਰਟ ਹੁੰਦਾ ਉਦੋਂ ਵੀ ਉਹ ਐਡਰੈਸ ਕਰ ਸਕਦਾ। ਇਹ ਪ੍ਰੈਜ਼ੀਡੈਂਟ ਕੋਲ ਪਾਵਰਸ ਨੇ। ਆਰਟੀਕਲ 331 ਦੇ ਮੁਤਾਬਿਕ ਪ੍ਰੈਜ਼ੀਡੈਂਟ ਨੂੰ ਇਹ ਮਤਲਬ ਉਸ ਕੋਲ ਪਾਵਰ ਹੈਗੀ, ਕੀ ਪਾਵਰ ਹੈ ਕਿ ਉਹ ਲੋਕ ਸਭਾ ਦੇ ਜੋ 545 ਮੈਂਬਰ ਹੁੰਦੇ ਨੇ ਉਹਨਾਂ ਦੇ ਵਿੱਚੋਂ 2 ਮੈਂਬਰ ਨੋਮੀਨੇਟ ਕਰ ਸਕਦਾ। ਉਹ 2 ਮੈਂਬਰ ਐਂਗਲੋ ਇੰਡੀਅਨ ਜੋ ਮੈਂਬਰ ਹੋਣਗੇ ਉਹਨਾਂ ਨੂੰ ਨੋਮੀਨੇਟ ਆਰਟੀਕਲ 331 ਦੇ ਤਹਿਤ ਉਹ ਕਰ ਸਕਦਾ ਜੀ। ਇਹ ਪ੍ਰੈਜ਼ੀਡੈਂਟ ਕੋਲ ਪਾਵਰ ਹੈ। ਉਸ ਤੋਂ ਬਾਅਦ ਦੀ ਗੱਲ ਕਰਦੇ ਹਾਂ ਅਸੀਂ ਆਰਟੀਕਲ 280। ਤਾਂ ਬਹੁਤ ਸਾਰੇ ਪੇਪਰਾਂ ਦੇ ਵਿੱਚ ਆਰਟੀਕਲ ਹੀ ਪੁੱਛੇ ਜਾਂਦੇ ਆ ਕਿ ਕਿਹੜਾ ਆਰਟੀਕਲ ਕਿਸ ਨਾਲ ਡੀਲ ਕਰਦਾ ਜੀ। ਇਹ ਤੁਹਾਨੂੰ ਜ਼ਰੂਰ ਪਤਾ ਹੋਵੇ। ਆਰਟੀਕਲ 280 ਹੈ ਜੋ ਉਹ ਆਰਟੀਕਲ ਡੀਲ ਕਰਦਾ ਜੀ ਫਾਈਨਾਂਸ ਕਮਿਸ਼ਨ ਆਫ ਇੰਡੀਆ। ਤਾਂ ਫਾਈਨਾਂਸ ਕਮਿਸ਼ਨ ਦਾ ਕੰਮ ਕੀ ਹੈ? ਫਾਈਨਾਂਸ ਕਮਿਸ਼ਨ ਜੋ ਸੈਂਟਰ ਅਤੇ ਸਟੇਟ ਦੇ ਵਿੱਚ ਰਿਲੇਸ਼ਨ ਹੈ, ਜਿਹੜਾ ਫਾਈਨਾਂਸ਼ੀਅਲ ਜੋ ਪਾਵਰ ਦਾ ਉਹਨਾਂ ਦੀ ਡਿਸਟਰੀਬਿਊਸ਼ਨ ਕਰਦਾ। ਹੋਰ ਸਾਡੇ ਕੋਲ ਪ੍ਰੈਜ਼ੀਡੈਂਟ ਕੋਲ ਕੁਝ ਤੁਹਾਨੂੰ ਦੱਸ ਦਈਏ ਵੀ ਕੌਂਸਟੀਟਿਊਸ਼ਨ ਆਫ ਇੰਡੀਆ 1949 ਦੇ ਅਕੋਰਡਿੰਗ ਕੁਛ ਪਾਵਰ ਨੇ। ਇੱਕ ਪਾਵਰ ਹੈ ਜੀ ਉਹ ਮਾफ़ੀ ਦੇ ਸਕਦਾ ਹੈ, ਜੇ ਕਿਸੇ ਨੂੰ ਸੈਂਟੈਂਸ ਮਤਲਬ ਮੌਤ ਦੀ ਸਜ਼ਾ ਸੁਣਾਈ ਗਈ ਹੈ ਉਸ ਨੂੰ ਮਾफ़ ਕਰ ਸਕਦਾ, ਉਸ ਨੂੰ ਘੱਟ ਕਰ ਸਕਦਾ। ਇਹ ਸਿਰਫ ਪ੍ਰੈਜ਼ੀਡੈਂਟ ਕੋਲ ਹੀ ਪਾਵਰ ਹੈ। ਔਰ ਇਹ ਤਿੰਨੋਂ ਸੈਨਾਵਾਂ ਦਾ ਚੀਫ ਜਾਂ ਹੈੱਡ ਹੁੰਦਾ ਜੀ ਪ੍ਰੈਜ਼ੀਡੈਂਟ, ਇਹ ਵੀ ਇੱਕ ਉਹਨਾਂ ਕੋਲ ਹੈ। ਤਿੰਨਾਂ ਨੂੰ ਅਪੁਆਇੰਟ ਵੀ ਕਰਦਾ ਇਹ ਜੋ ਆਰਮਡ ਫੋਰਸਿਸ ਹੁੰਦੀਆਂ ਉਹਨਾਂ ਦੇ ਹੈੱਡ ਨੂੰ। ਇੱਕ ਪਾਵਰ ਇਹ ਵੀ ਹੈ ਸਾਡੇ ਕੋਲ ਪ੍ਰੈਜ਼ੀਡੈਂਟ ਕੋਲ ਕਿ ਉਹ ਐਮਰਜੈਂਸੀ ਡਿਕਲੇਅਰ ਕਰ ਸਕਦਾ ਹੈ। ਕਦੋਂ ਕਦੋਂ, ਕਿਹੜੀਆਂ ਕਿਹੜੀਆਂ ਐਮਰਜੈਂਸੀ? ਆਰਟੀਕਲ 352 ਦੇ ਤਹਿਤ ਕੀ ਕਰ ਸਕਦਾ? ਉਹ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰ ਸਕਦਾ। ਕਿਸ ਟਾਈਮ 'ਤੇ? ਜਦੋਂ ਅਦਰ ਕੰਟਰੀ ਨਾਲ ਕੋਈ ਵਾਰ ਲੱਗ ਰਿਹਾ ਹੋਵੇ ਜਾਂ ਦੇਸ਼ ਦੇ ਵਿੱਚ ਕੋਈ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੋਵੇ, ਇਸ ਤਰ੍ਹਾਂ ਦੇ ਟਾਈਮ 'ਤੇ। 350 ਦੇ 6 ਦੇ ਮੁਤਾਬਿਕ ਕੀ ਹੈ? ਸਟੇਟ ਐਮਰਜੈਂਸੀ ਡਿਕਲੇਅਰ ਕੀਤੀ ਜਾ ਸਕਦੀ ਹੈ। ਕਦੋਂ? ਜਦੋਂ ਪੰਜਾਬ ਮਤਲਬ ਕਿਸੇ ਵੀ ਸਟੇਟ ਦੇ ਵਿੱਚ ਕੀ ਹੋਵੇ, ਗੌਰਮੈਂਟ ਉੱਥੋਂ ਦੀ ਕੀ ਕਰ ਰਹੀ ਹੋਵੇ, ਗੌਰਮੈਂਟ ਮਸ਼ੀਨਰੀ ਪ੍ਰੋਪਰ ਤੌਰ 'ਤੇ ਕੰਮ ਨਾ ਕਰ ਰਹੀ ਹੋਵੇ ਜਾਂ ਉਹਨਾਂ ਤੋਂ ਹੋ ਨਾ ਸਕਦਾ ਹੋਵੇ, ਤਾਂ ਗਵਰਨਰ ਦੀ ਐਡਵਾਈਸ 'ਤੇ, ਗਵਰਨਰ ਦੇ ਕਹਿਣ 'ਤੇ ਪ੍ਰੈਜ਼ੀਡੈਂਟ ਉੱਥੇ ਪ੍ਰੈਜ਼ੀਡੈਂਟ ਰੂਲ ਇੰਪਲੀਮੈਂਟ ਕਰ ਸਕਦਾ ਆਰਟੀਕਲ 356 ਦੇ ਅਕੋਰਡਿੰਗ। ਅਤੇ ਪੰਜਾਬ ਦੇ ਵਿੱਚ ਬਹੁਤ ਵਾਰ ਪ੍ਰੈਜ਼ੀਡੈਂਟ ਰੂਲ ਲੱਗਿਆ ਹੋਇਆ, ਕੇਰਲਾ ਵਿੱਚ ਵੀ ਲੱਗਿਆ ਹੋਇਆ ਜੀ। ਤਾਂ ਉਸ ਤੋਂ ਬਾਅਦ ਗੱਲ ਕਰੀਏ ਆਰਟੀਕਲ 360 ਦੀ ਗੱਲ ਕਰੀਏ, ਫਾਈਨੈਂਸ਼ੀਅਲ ਐਮਰਜੈਂਸੀ ਵੀ ਡਿਕਲੇਅਰ ਕਰ ਸਕਦਾ ਪ੍ਰੈਜ਼ੀਡੈਂਟ। ਤਾਂ ਫਾਈਨੈਂਸ਼ੀਅਲ ਐਮਰਜੈਂਸੀ ਦੇ ਵਿੱਚ ਜੋ ਸੈਂਟਰ ਗੌਰਮੈਂਟ ਦੇ ਮੁਲਾਜ਼ਮ ਹੁੰਦੇ ਆ ਉਹਨਾਂ ਦੀ ਕੁਝ ਟਾਈਮ ਦੇ ਲਈ ਪੇਸ ਜਿਹੜੀ ਰੋਕੀ ਜਾ ਸਕਦੀ ਹੈ, ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੁੰਦੀ ਹੈ। ਉਸ ਤੋਂ ਬਾਅਦ ਜੇ ਅਸੀਂ ਪ੍ਰੈਜ਼ੀਡੈਂਟ ਦੀ ਪੇ ਦੀ ਗੱਲ ਕਰੀਏ ਤਾਂ ਉਹ 5 ਲੱਖ ਰੁਪਏ ਮਹੀਨਾ ਜੀ, ਲਗਭਗ $7300 ਪ੍ਰੈਜ਼ੀਡੈਂਟ ਦੀ ਜਿਹੜੀ ਤਨਖਾਹ ਹੈਗੀ ਸਾਲਾਨਾ ਉਹ ਹੋਊਗੀ। ਤਾਂ ਹੁਣ ਤੁਸੀਂ ਦੇਖ ਰਹੇ ਹੋਗੇ ਕਿ ਸਾਡੇ ਦੇਸ਼ ਦੇ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ, ਇਹ ਇਸ ਤਰ੍ਹਾਂ ਦੇ ਪ੍ਰੈਜ਼ੀਡੈਂਟ ਸੀ ਜੋ 2 ਟਨਿਓਰ ਤੱਕ ਪ੍ਰੈਜ਼ੀਡੈਂਟ ਬਣੇ ਰਹੇ, 1962 ਤੱਕ ਰਹੇ ਨੇ ਇਹ। ਤਾਂ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਸਾਡੇ ਦੇਸ਼ ਦੇ ਪਹਿਲੇ ਅਜਿਹੇ ਵਾਈਸ ਪ੍ਰੈਜ਼ੀਡੈਂਟ ਸੀ ਜੋ ਬਾਅਦ ਵਿੱਚ ਦੇਸ਼ ਦੇ ਪ੍ਰੈਜ਼ੀਡੈਂਟ ਵੀ ਬਣੇ। ਰਾਧਾ ਕ੍ਰਿਸ਼ਨ ਸੀ, ਡਾਕਟਰ RS ਰਾਧਾ ਕ੍ਰਿਸ਼ਨ ਸੀਗੇ ਇਹ, ਅਤੇ ਟੀਚਰ ਡੇ ਵੀ ਇਹਨਾਂ ਦੇ ਨਾਮ 'ਤੇ ਮਨਾਇਆ ਜਾਂਦਾ। ਹਾਂਜੀ, ਤਾਂ ਇਹ ਸਾਡੇ ਦੇਸ਼ ਦੇ ਡਾਕਟਰ ਜ਼ਾਕਿਰ ਹੁਸੈਨ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਸੀ। ਅਤੇ ਇਹ ਇੱਕ ਇਸ ਤਰ੍ਹਾਂ ਦੇ ਪ੍ਰੈਜ਼ੀਡੈਂਟ ਸੀ ਜਿਨ੍ਹਾਂ ਦਾ ਜਿਹੜੀ ਡੈਥ ਸੀਗੀ ਉਹ ਇਸ ਟੈਨਿਓਰ 'ਤੇ ਯਾਨੀ ਕਿ ਕੰਮ ਕਰਦੇ ਟਾਈਮ 'ਤੇ ਹੋਈ ਸੀ। ਪ੍ਰੈਜ਼ੀਡੈਂਟ ਅਹੁਦੇ 'ਤੇ ਰਹਿੰਦੇ ਦੇ ਟਾਈਮ 'ਤੇ ਇਹਨਾਂ ਦੀ ਡੈਥ ਹੋ ਗਈ ਸੀਗੀ ਡਾਕਟਰ ਜ਼ਾਕਿਰ ਹੁਸੈਨ ਦੀ। ਉਸ ਤੋਂ ਬਾਅਦ ਜੀ ਬੀਬੀ ਗਿਰੀ ਸਾਡੇ
ਇਸ ਤਰ੍ਹਾਂ ਦੇ ਵਾਈਸ ਪ੍ਰੈਜ਼ੀਡੈਂਟ ਸੀ ਜੋ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ 'ਤੇ ਜਿਨ੍ਹਾਂ ਨੇ ਸਾਡੇ ਦੇਸ਼ ਵਿੱਚ ਕੰਮ ਕੀਤਾ। ਤਾਂ ਇਸ ਤੋਂ ਬਾਅਦ ਜੋ ਸਾਡੇ ਯੰਗੈਸਟ ਪ੍ਰੈਜ਼ੀਡੈਂਟ ਸੀਗੇ ਉਹ ਸੀ ਨੀਲਮ ਰੈਡੀ ਕਹਿ ਸਕਦੇ ਹਾਂ ਅਸੀਂ। ਤਾਂ ਇਹ 64 ਸਾਲ ਦੀ ਉਮਰ 'ਚ ਦੇਸ਼ ਦੇ ਪ੍ਰੈਜ਼ੀਡੈਂਟ ਬਣ ਗਏ ਸੀ ਅਤੇ ਦੇਸ਼ ਦੇ ਯੰਗੈਸਟ ਪ੍ਰੈਜ਼ੀਡੈਂਟ ਸੀਗੇ। ਤਾਂ ਇੱਕ ਸਾਡੇ ਕੋਲ ਸਿੱਖ ਚਿਹਰਾ ਸੀ ਗਿਆਨੀ ਜੈਲ ਸਿੰਘ, ਇਹ ਦੇਸ਼ ਦੇ 7ਵੇਂ ਰਾਸ਼ਟਰਪਤੀ ਬਣੇ ਸੀ। ਤਾਂ ਇਹਨਾਂ ਦੀ ਜਾਣਕਾਰੀ ਤੁਹਾਨੂੰ ਇਸ ਲਈ ਦਿੱਤੀ ਜਾ ਰਹੀ ਹੈ ਕਿ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਕੁਐਸਚਨ ਪੁੱਛੇ ਜਾਂਦੇ ਆ ਜੀ। ਤਾਂ ਇਹ ਸਾਡੇ ਕੋਲ KR ਨਾਰਾਇਣ ਇਸ ਤਰ੍ਹਾਂ ਦੇ ਪਹਿਲੇ ਦਲਿਤ ਪ੍ਰੈਜ਼ੀਡੈਂਟ ਸੀਗੇ। ਇਹ ਪਹਿਲੀ ਲੇਡੀ ਪ੍ਰੈਜ਼ੀਡੈਂਟ ਇੰਡੀਆ ਦੀ ਕੌਣ ਸੀ? ਪ੍ਰਤਿਭਾ ਸਿੰਘ ਪਾਟਿਲ ਸੀਗੇ। ਇਹ ਸਾਡੇ ਕੋਲ ਪ੍ਰੈਜ਼ੀਡੈਂਟ ਫਸਟ ਲੇਡੀ ਪ੍ਰੈਜ਼ੀਡੈਂਟ ਸੀਗੇ। ਅਤੇ ਸਾਡੇ ਪਹਿਲੇ ਜੋ ਕਿ ਇੱਕ ਸਾਇੰਟਿਸਟ ਸੀ ਉਹ ਪ੍ਰੈਜ਼ੀਡੈਂਟ ਬਣੇ ਡਾਕਟਰ APJ ਅਬਦੁਲ ਕਲਾਮ। ਇਹਨਾਂ ਨੂੰ ਮਿਜ਼ਾਈਲ ਮੈਨ ਦੇ ਨਾਮ 'ਤੇ ਵੀ ਜਾਣਿਆ ਜਾਂਦਾ। ਬਹੁਤ ਹੀ ਚੰਗਾ ਇਹਨਾਂ ਦਾ ਕੰਮ ਰਿਹਾ। ਉਸ ਤੋਂ ਬਾਅਦ ਸਾਡੇ ਕੋਲ ਮੁਹੰਮਦ ਅਜ਼ਤੁੱਲਾ 1969 ਦੇ ਵਿੱਚ ਇਹ ਚੀਫ ਜਸਟਿਸ ਸੀਗੇ ਅਤੇ ਉਸ ਟਾਈਮ 'ਤੇ ਇਹਨਾਂ ਨੇ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ 'ਤੇ ਵੀ ਕੰਮ ਕੀਤਾ। ਉਸ ਟਾਈਮ 'ਤੇ ਪ੍ਰੈਜ਼ੀਡੈਂਟ ਦਾ ਉਹਦਾ ਜਿਹੜਾ ਪੋਸਟ ਖਾਲੀ ਹੋ ਗਈ ਸੀ। ਤਾਂ ਇਹ ਪਹਿਲੇ ਚੀਫ ਜਸਟਿਸ ਆਫ ਇੰਡੀਆ ਸੀ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਦਾ ਕੰਮ ਵੀ ਕੀਤਾ, ਉਸ ਪੋਸਟ ਨੂੰ ਵੀ ਸੰਭਾਲਿਆ। ਤਾਂ ਜੀ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਇਹ ਜਾਣਕਾਰੀ ਦਿੱਤੀ। ਇੱਕ ਵੀਡੀਓ ਹੋਰ ਲੈ ਕੇ ਆ ਰਹੇ ਹਾਂਗੇ ਜਿਹਦੇ ਨਾਲ ਤੁਹਾਨੂੰ ਪ੍ਰੈਜ਼ੀਡੈਂਟ ਦੀ ਕੋਈ ਵੀ ਕੁਐਸਚਨ ਕਿਸੇ ਵੀ ਕੰਪੀਟੀਸ਼ਨ ਐਗਜ਼ਾਮ ਦਾ, ਚਾਹੇ ਤੁਸੀਂ UPSC ਦਾ, PCS ਦਾ, PPSC ਰਾਹੀਂ ਲਏ ਜਾ ਰਹੇ ਪੇਪਰ, ਕੋਈ ਵੀ ਪੇਪਰ ਹੋਵੇ, ਪੇਪਰ ਦੇਣਾ ਹੋਵੇ ਤਾਂ ਉਹਦੇ ਵਿੱਚ ਤੁਹਾਨੂੰ ਹਰੇਕ ਜਾਣਕਾਰੀ ਪ੍ਰੈਜ਼ੀਡੈਂਟ ਨਾਲ ਰਿਲੇਟਡ ਬਹੁਤ ਹੀ ਕੁਐਸਚਨ ਪੁੱਛੇ ਜਾਂਦੇ ਆ, ਥੋੜ੍ਹੇ ਜਿਹੇ ਡਿਫੀਕਲਟ ਪੁੱਛੇ ਜਾਂਦੇ ਆ। ਤਾਂ ਅਸੀਂ ਉਹਨਾਂ ਦੇ ਵਿੱਚ ਹਰੇਕ ਆਰਟੀਕਲ ਬਾਰੇ ਗੱਲ ਕਰਾਂਗੇ। ਜਿਸ ਤਰ੍ਹਾਂ ਅਸੀਂ ਇਹਦੇ ਵਿੱਚ ਗੱਲ ਕੀਤੀ, ਤੁਹਾਨੂੰ ਇੱਕ ਵਾਰ ਇੱਥੇ ਦੱਸ ਦਈਏ ਵੀ ਆਰਟੀਕਲ 52 ਕਿਸ ਚੀਜ਼ ਨਾਲ ਡੀਲ ਕਰਦਾ ਹੈਗਾ ਜੀ? ਉਹ ਪ੍ਰੈਜ਼ੀਡੈਂਟ ਆਫ ਇੰਡੀਆ ਨਾਲ ਡੀਲ ਕਰਦਾ। ਆਰਟੀਕਲ 53 ਐਗਜੀਕਿਊਸ਼ਨ ਆਫ ਪਾਵਰ, ਐਗਜ਼ੀਕਿਊਟਿਵ ਪਾਵਰ ਆਫ ਪ੍ਰੈਜ਼ੀਡੈਂਟ। 54 ਵੋਟ ਕੌਣ ਕਰੇਗਾ? ਇਲੈਕਸ਼ਨ ਆਫ ਪ੍ਰੈਜ਼ੀਡੈਂਟ ਬਾਰੇ ਕਰਦਾ। ਇਸ ਤਰ੍ਹਾਂ ਦੇ ਅਸੀਂ ਸਾਰੀ ਜਾਣਕਾਰੀ ਉਸ ਵੀਡੀਓ ਵਿੱਚ ਲੈ ਕੇ ਆਵਾਂਗੇ। ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਥੈਂਕਸ ਫॉर ਵਾਚਿੰਗ।